ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ ਤੇ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ। ਅਗਲੇ 1 ਘੰਟੇ ਦੇ ਵਿੱਚ ਪੰਜਾਬ ਦੀ ਹਰ ਖਬਰ ਅਸੀਂ ਤੁਹਾਨੂੰ ਦਿਖਾਵਾਂਗੇ। ਖਾਸ ਤੌਰ ਤੇ ਅੱਜ ਯੋਗ ਦਿਹਾੜਾ ਸੀ, ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਥਾਵਾਂ ਉੱਤੇ ਮਨਾਇਆ ਗਿਆ। ਸਿਆਸਤ ਦੀ ਗੱਲ ਵੀ ਕਰਾਂਗੇ ਤੇ ਨਾਲ ਹੀ ਗੱਲ ਮੌਸਮ ਦੀ ਵੀ ਹੋਏਗੀ। ਤਾਂ ਬਿਲਕੁਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮਾਂਤਰੀ ਯੋਗ ਦਿਹਾੜੇ ਦੀ, ਕਿਸ ਤਰੀਕੇ ਨਾਲ ਪੂਰਾ ਦਿਨ ਰੌਣਕਾਂ ਵੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਆ ਚੰਡੀਗੜ੍ਹ। ਜੀ ਹਾਂ, ਕੌਮਾਂਤਰੀ ਯੋਗ ਦਿਹਾੜੇ ਦਾ ਮੁੱਖ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ 30,000 ਲੋਕਾਂ ਨੇ ਯੋਗ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਲਗਾਤਾਰ ਵੱਧ ਰਹੀ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਤੇ ਫਿਕਰ ਜ਼ਾਹਰ ਕੀਤੀ। ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਵਿੱਚ ਪਹਿਲੀ ਵਾਰ ਇਕੱਠੇ 30,000 ਲੋਕਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਯੋਗ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਯੋਗ ਗੁਰੂ ਦੀ ਭੂਮਿਕਾ ਵਿੱਚ ਦਿਖੇ। ਇਸ ਦੌਰਾਨ ਉਹਨਾਂ ਨੇ ਕਈ ਆਸਨ ਕੀਤੇ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਲਗਾਤਾਰ ਵਧਦੀ ਡਾਇਬੀਟੀਜ਼ ਦੇ ਮਰੀਜ਼ਾਂ ਦੀ ਗਿਣਤੀ ਤੇ ਚਿੰਤਾ ਜ਼ਾਹਰ ਕੀਤੀ। ਉਹਨਾਂ ਯੋਗ ਦੇ ਜ਼ਰੀਏ डायबिटीज ਨੂੰ कंट्रोल किए जाने ते जोर देता। जो भी ज्ञान उनके पास है, तरीके उनके पास है, साल भर योग की बाकी चीजें तो चलेगी, लेकिन ये प्रमुख होगा। भारत में डायबिटीज की संख्या बढ़ रही है। योग के द्वारा डायबिटीज से मुक्ति मिले या न मिले, लेकिन उसको कंट्रोल तो किया जा सकता है। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਯੋਗ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਯੋਗ ਜ਼ੀਰੋ ਬਜਟ ਦੇ ਵਿੱਚ ਹੈਲਥ ਦੀ ਗਾਰੰਟੀ ਦੇਣ ਵਾਲਾ ਸਾਇੰਸ ਹੈ, ਜਿਸ ਦਾ ਫਾਇਦਾ ਕੋਈ ਵੀ ਗਰੀਬ ਤੇ ਅਮੀਰ ਚੁੱਕ ਸਕਦਾ ਹੈ। जीरो बजट से दुनिया में कहीं पर भी हेल्थ इंश्योरेंस नहीं होता है, लेकिन योग ऐसा है जो जीरो बजट से हेल्थ एश्योरेंस देता है। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰ ਸਾਲ ਯੋਗ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਨਮਾਨ ਦੇ ਨਾਲ ਨਵਾਜਿਆ ਜਾਵੇਗਾ। ਪਹਿਲਾ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਯੋਗ ਅਵਾਰਡ ਅਤੇ ਦੂਜਾ ਭਾਰਤ ਵਿੱਚ ਯੋਗ ਨੂੰ ਵਧਾਵਾ ਦੇਣ ਦੇ ਲਈ ਇੰਡੀਆ ਯੋਗ ਅਵਾਰਡ ਹੋਵੇਗਾ। एक अंतर्राष्ट्रीय स्तर पर योग के लिए उत्तम काम हो रहा हो, उनके लिए अवार्ड। दूसरा, भारत में हिंदुस्तान के भीतर योग के लिए जो उत्तम काम होता होगा, उनके लिए अवार्ड। ਪੀਐਮ ਮੋਦੀ ਦੀ ਪਹਿਲ ਤੇ ਯੂਐਨ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਹਾੜਾ ਐਲਾਨ ਕੀਤਾ ਹੋਇਆ ਹੈ। ਯੂਐਨ ਵਿੱਚ 177 ਦੇਸ਼ਾਂ ਨੇ ਯੋਗ ਦਿਹਾੜੇ ਦਾ ਸਮਰਥਨ ਕੀਤਾ ਸੀ। 40 ਇਸਲਾਮਿਕ ਦੇਸ਼ ਵੀ ਸਮਰਥਨ ਵਿੱਚ ਆਏ ਸਨ। 21 ਜੂਨ 2015 ਨੂੰ ਪਹਿਲਾ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਗਿਆ ਸੀ। ਚੰਡੀਗੜ੍ਹ ਤੋਂ ਨਿਤਿਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਤਾਂ ਕੌਮਾਂਤਰੀ ਯੋਗ ਦਿਹਾੜੇ ਦੇ ਵੱਖ-ਵੱਖ ਰੰਗਾਂ 'ਚ ਵੇਖਣ ਨੂੰ ਮਿਲੇ ਚੰਡੀਗੜ੍ਹ ਦੀਆਂ ਤਸਵੀਰਾਂ ਤੁਸੀਂ ਦੇਖਿਆ। ਇਸ ਨਾਲ ਤੁਹਾਨੂੰ ਦੱਸੇ ਦੇਸ਼ ਭਰ ਦੇ ਵਿੱਚ ਤਕਰੀਬਨ 1 ਲੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਮੋਬਾਈਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਿਆਂਦਾ, ਉਸ ਨੂੰ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਅਪਣਾਏ, ਯੋਗ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ। ਵੇਖਣਾ ਹੋਵੇਗਾ ਇਸ ਅਪੀਲ ਦਾ ਜੋ ਅਸਰ ਹੈ ਕਿੰਨਾ ਕੁ ਵੇਖਣ ਨੂੰ ਮਿਲਦਾ, ਅਗਲੇ ਸਾਲ ਦੇਖਾਂਗੇ। ਜੀ ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਯੋਗ ਨੂੰ ਅਪਣਾਉਂਦੇ ਨੇ। ਪਰ ਇੱਕ ਚੀਜ਼ ਇਹ ਵੀ ਹੈ ਕਿ ਜਿਸ ਤਰ੍ਹਾਂ ਨਾਲ ਕੌਮਾਂਤਰੀ ਪੱਧਰ ਉੱਤੇ ਯੋਗ ਦਿਹਾੜਾ ਮਨਾਇਆ ਗਿਆ ਇਸ ਵਾਰ, ਉਸ ਨਾਲ ਪਿਛਲੇ ਇੱਕ ਸਮੇਂ ਦੇ ਵਿੱਚ ਯੋਗ ਨਾਲ ਲੋਕ ਬਹੁਤ ਜੁੜੇ ਨੇ, ਇਹ ਵੀ ਕਿਹਾ ਜਾ ਰਿਹਾ ਹੈ। ਅੱਗੇ ਵਧਦੇ ਹਾਂ ਤੇ ਹੁਣ ਪੰਜਾਬ ਤੋਂ ਲੈ ਕੇ ਚੱਲਦੇ ਹਾਂ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਯੋਗ ਦਿਹਾੜਾ ਅੱਜ ਤਾਂ ਮਨਾਇਆ ਗਿਆ। ਜੀ ਹਾਂ, ਯੋਗ ਦਿਹਾੜੇ ਦੀਆਂ ਰੌਣਕਾਂ ਪੂਰੇ ਦੇਸ਼ ਦੇ ਨਾਲ ਪੂਰੀ ਦੁਨੀਆ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ। ਇੱਥੇ ਵੀ ਮੰਤਰੀਆਂ ਤੋਂ ਲੈ ਕੇ ਅਧਿਕਾਰੀਆਂ ਤੱਕ, ਆਮ ਲੋਕਾਂ ਤੋਂ ਲੈ ਕੇ ਇੱਥੋਂ ਤੱਕ ਕਿ ਜੇਲ੍ਹ ਦੇ ਕੈਦੀਆਂ ਨੇ ਵੀ ਯੋਗ ਕੀਤਾ। ਯੋਗ ਦੀਆਂ ਇਹ ਤਸਵੀਰਾਂ ਬਠਿੰਡਾ ਦੇ ਰੋਜ਼ ਗਾਰਡਨ ਦੀਆਂ ਨੇ, ਜਿੱਥੇ ਆਮ ਲੋਕਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਯੋਗ ਕੀਤਾ। ਐਮਪੀ ਸਾਹਿਬਾਨ ਦੇ ਨਾਲ ਤਕਰੀਬਨ 3000 ਸਕੂਲੀ ਬੱਚਿਆਂ, ਵਿਧਾਇਕ, ਮੇਅਰ, ਏਡੀਸੀ ਤੇ ਐਸਐਸਪੀ ਸਮੇਤ तमाम ਅਧਿਕਾਰੀਆਂ ਨੇ ਵੀ ਯੋਗ ਵਿੱਚ ਹਿੱਸਾ ਲਿਆ। ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਪਣੇ ਸਕੂਲਾਂ ਵਿੱਚ ਯੋਗ ਕਰਵਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਸਿਹਤਮੰਦ ਰਹਿਣ ਅਤੇ ਨਸ਼ਿਆਂ ਤੋਂ ਬਚੇ ਰਹਿਣ। योग ਦੇ ਵੱਲ ਜੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਤੇ ਜਿੱਥੇ ਅਸੀਂ ਕਰਾਂਗੇ ਤਾਂ ਸਾਡਾ ਵੀ ਸਟ੍ਰੈਸ ਘਟੂਗਾ ਤੇ ਬੱਚਿਆਂ ਦਾ ਵੀ ਘਟੂ ਤੇ ਲੋੜ ਹੈਗੀ ਸਾਰੀਆਂ ਸਰਕਾਰਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ। ਲੇਕਿਨ ਸਰਕਾਰ ਕਰੇ ਨਾ ਕਰੇ, ਘਰ 'ਚ ਮਾਪੇ ਤਾਂ ਆਪਣੇ ਬੱਚੇ ਨੂੰ ਸਿਖਾਈ ਸਕੀਓ। ਤੇ ਮੈਂ ਪ੍ਰਧਾਨ ਮੰਤਰੀ ਜੀ ਦਾ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ 'ਚ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਇਹ ਦੁਨੀਆ ਭਰ 'ਚ ਇਹਨੂੰ ਅਡਾਪਟ ਕੀਤਾ ਜਾਏ।
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਕਿਹਾ ਕਿ ਯੋਗ ਸਾਡੀ ਸਿਹਤ ਲਈ ਬੇहद ਜ਼ਰੂਰੀ ਹੈ ਤੇ ਪ੍ਰਧਾਨ ਮੰਤਰੀ ਨੇ ਇਸੇ ਪਾਸੇ ਪਹਿਲ ਕੀਤੀ ਹੈ ਜੋ ਕਿ ਵਧੀਆ ਕਦਮ ਹੈ। ਉਹਨਾਂ ਇਹ ਵੀ ਕਿਹਾ ਕਿ ਯੋਗ ਵੱਲ ਨੌਜਵਾਨ ਪੀੜ੍ਹੀ ਦਾ ਧਿਆਨ ਲਿਆ ਕੇ ਨਸ਼ਿਆਂ ਵਰਗੀ ਲਾਹਨਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। देखो, योग जो है सेहत के लिए बड़ा जरूरी है। योग से बंदे का शरीर निरोग होता है, इसमें कोई दो राय नहीं है कि हमारे अंग सारे शरीर सारा काम करे। तो जैसे सूर्य नमस्कार है, कुछ इसमें जो आसन है वो सेहत और शरीर के लिए अच्छे हैं, वो करना चाहिए। अगर अपने शरीर के लिए हम 24 घंटे में अगर 1 घंटा भी दे दें तो हम बीमारी से निजात और मुक्ति पा सकते हैं। ये मोदी साहब का एक बहुत अच्छा जो है कदम है और पूरे देश के लोगों का संदेश है और सबको ये मानना चाहिए और करना चाहिए। नशा पंजाब में, नशा कोई भी हो, नशा बुरी चीज़ है, नशा अच्छी चीज़ नहीं है, ये हम सभी मानते हैं। तो मतलब बच्चों का शौक अगर खेलने में होगा, अगर योगा में होगा, शरीर को स्वस्थ रखने में होगा तो नशे की तरफ नहीं जाएंगे। ਉੱਥੇ ਹੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਕੈਦੀਆਂ ਨੇ ਵੀ ਯੋਗ ਕੀਤਾ। ਤਕਰੀਬਨ 600 ਕੈਦੀਆਂ ਨੇ ਯੋਗ 'ਚ ਹਿੱਸਾ ਲਿਆ। ਜੇਲ੍ਹ ਵਿੱਚ LCD ਲਾਈ ਗਈ ਸੀ ਜਿਸ ਤੇ ਕੈਦੀਆਂ ਨੇ ਪ੍ਰਧਾਨ ਮੰਤਰੀ ਦੇ ਯੋਗ ਆਸਨਾਂ ਨੂੰ ਦੇਖ ਕੇ ਯੋਗ ਕੀਤਾ। शारीरिक और मानसिक दोनों का संतुलन बनाने के लिए ट्रेनिंग दी गई। ये शुरू में जब क्लास स्टार्ट 23 तारीख को की थी, 23 मई से, तो काफ़ी विचलित रहते थे, मन शांत नहीं था, टिकते नहीं थे, ध्यान नहीं लगता था आसन क्लास करने में। तो धीरे धीरे जैसे जैसे क्लास बढ़ती गई और इनका मानसिक संतुलन बनता गया। ਇਸ ਵਾਰ ਦੇ ਦੂਜੇ ਕੌਮਾਂਤਰੀ ਯੋਗ ਦਿਹਾੜੇ ਵਿੱਚ ਜਿੱਥੇ ਦੇਸ਼ ਭਰ ਵਿੱਚ 1 ਲੱਖ ਤੋਂ ਜ਼ਿਆਦਾ ਪ੍ਰੋਗਰਾਮ ਕਰਾਏ ਗਏ, ਉੱਥੇ ਹੀ 191 ਦੇਸ਼ਾਂ ਦੇ ਲੋਕਾਂ ਨੇ ਵੀ ਇਸ ਵਿੱਚ ਹਿੱਸਾ ਲਿਆ। ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਰਵਿੰਦਰ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ। ਜੀ ਹਾਂ, ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਵੀ ਇਸ ਵਾਰ ਦਾ ਯੋਗ ਦਿਹਾੜਾ ਮਨਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੂਜੀ ਵਾਰ ਹੈ ਜਦੋਂ ਯੋਗ ਦਿਹਾੜਾ ਕੌਮਾਂਤਰੀ ਪੱਧਰ ਉੱਤੇ ਮਨਾਇਆ ਗਿਆ। ਪਿਛਲੀ ਵਾਰ ਪਹਿਲੀ ਵਾਰ ਸੀ ਦਿੱਲੀ ਦੇ ਵਿੱਚ ਸੀ, ਇਸ ਵਾਰ ਚੰਡੀਗੜ੍ਹ ਦੇ ਵਿੱਚ ਮੁੱਖ ਪ੍ਰੋਗਰਾਮ ਹੋਇਆ। ਤੁਹਾਨੂੰ ਇਹ ਵੀ ਦੱਸ ਦਈਏ ਕਿ UN ਦੇ ਵੱਲੋਂ ਇਸ ਨੂੰ ਕੌਮਾਂਤਰੀ ਯੋਗ ਦਿਹਾੜਾ ਐਲਾਨਿਆ ਗਿਆ। ਬਿਲਕੁਲ, ਅੱਗੇ ਵਧਦੇ ਪੰਜਾਬ ਦੀ ਤਸਵੀਰਾਂ ਦੇਖੀਏ। ਹੁਣ ਤੁਹਾਨੂੰ ਹਰਿਆਣਾ ਦੀ ਤਸਵੀਰਾਂ ਵਿਖਾਣੇ ਜਿੱਥੇ ਯੋਗ ਗੁਰੂ ਬਾਬਾ ਰਾਮਦੇਵ ਪਹੁੰਚੇ। ਜੀ ਹਾਂ, ਫਰੀਦਾਬਾਦ ਦੇ ਵਿੱਚ ਯੋਗ ਦਿਹਾੜੇ ਤੇ ਸੈਂਕੜੇ ਲੋਕਾਂ ਨੇ ਇਕੱਠਿਆ ਸ਼ੀਰਸ਼ ਆਸਨ ਕੀਤਾ। ਲੋਕਾਂ ਦਾ ਦਾਅਵਾ ਹੈ ਕਿ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਕੌਮਾਂਤਰੀ ਯੋਗ ਦਿਹਾੜੇ ਦੇ ਮੌਕੇ ਤੇ ਦੇਸ਼ ਅਤੇ ਦੁਨੀਆ 'ਚ ਤਸਵੀਰਾਂ ਆਮ ਸਨ। ਹਰ ਸ਼ਖਸ ਬਸ ਯੋਗ ਦੇ ਨਾਲ ਸਿਹਤ ਦਾ ਰਿਸ਼ਤਾ ਜੋੜਦਾ ਵਿਖਿਆ। UN ਤੋਂ ਲੈ ਕੇ ਅਮਰੀਕਾ, ਚੀਨ, ਜਾਪਾਨ, ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਵੀ ਯੋਗ ਕੈਂਪ ਲਗਾਏ ਗਏ। ਯੋਗ ਗੁਰੂ ਬਾਬਾ ਰਾਮਦੇਵ ਨੇ ਫਰੀਦਾਬਾਦ ਦੇ ਵਿੱਚ ਯੋਗ ਕੈਂਪ ਲਗਾਇਆ ਜਿੱਥੇ 1 ਲੱਖ ਲੋਕਾਂ ਨੇ ਯੋਗ ਕੀਤਾ। ਇਸ ਮੌਕੇ ਤੇ ਇਕੱਠੇ 408 ਲੋਕਾਂ ਨੇ ਸ਼ੀਰਸ਼ ਆਸਨ ਕਰ ਵਰਲਡ ਰਿਕਾਰਡ ਵੀ ਬਣਾਇਆ। ਫਰੀਦਾਬਾਦ ਦੇ ਯੋਗ ਕੈਂਪ ਵਿੱਚ ਰੋਹਤਾਸ਼ ਚੌਧਰੀ ਨੇ ਪੁਸ਼ਅਪ ਦਾ ਪ੍ਰਦਰਸ਼ਨ ਕਰ ਗਿਨੀਜ਼ ਬੁੱਕ 'ਚ ਆਪਣਾ ਨਾਮ ਦਰਜ ਕਰਵਾਇਆ। ਰਿਕਾਰਡ ਕਾਇਮ ਕਰਨ ਵਾਲੇ ਰੋਹਤਾਸ਼ ਚੌਧਰੀ ਨੇ ਮਹਿਜ਼ 1 ਮਿੰਟ ਦੇ ਵਿੱਚ ਪਿੱਠ ਤੇ 36.5 ਕਿਲੋਗ੍ਰਾਮ ਵਜ਼ਨ ਲੈ ਕੇ 51 ਪੁਸ਼ਅਪ ਕੀਤੇ। ਇਸ ਤੋਂ ਪਹਿਲਾਂ ਸਿਰਫ 38 ਪੁਸ਼ਅਪ ਦਾ ਵਰਲਡ ਰਿਕਾਰਡ ਸੀ। 2007 में मेरा नंबर पेन हो गया था, बैक प्रॉब्लम हो गई थी, काफ़ी लॉन्ग टाइम तक मैं उससे परेशान रहा था। फिर योग अपनाया, योग के कारण ही ये वर्ल्ड रिकॉर्ड बन पाया। अगर मैं योग नहीं करता तो आज शायद बेड पड़ा रहता। ਦਾਅਵਾ ਕੀਤਾ ਜਾ ਰਿਹਾ ਕਿ ਫਰੀਦਾਬਾਦ ਦੇ ਵਿੱਚ ਬਾਬਾ ਰਾਮਦੇਵ ਦੇ ਯੋਗ ਪ੍ਰੋਗਰਾਮ ਦੇ ਵਿੱਚ ਇਕੱਠਿਆ 1 ਲੱਖ ਤੋਂ ਜ਼ਿਆਦਾ ਲੋਕਾਂ ਦੇ ਯੋਗ ਕਰਨ ਤੇ ਸੂਰਯ ਨਮਸਕਾਰ ਦਾ ਰਿਕਾਰਡ ਵੀ ਬਣਾਇਆ ਗਿਆ ਹੈ, ਪਰ ਅਜੇ ਤੱਕ ਇਸ ਦੀ ਪੁਸ਼ਟੀ ਹੋਣਾ ਬਾਕੀ ਹੈ। ਯੋਗ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਯੋਗ ਦੇ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਸਨਮਾਨ ਦਿੱਤੇ ਜਾਣ ਦਾ ਐਲਾਨ ਵੀ ਕੀਤਾ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤਾਂ ਕੌਮਾਂਤਰੀ ਯੋਗ ਦਿਹਾੜੇ ਦੇ ਵੱਖ-ਵੱਖ ਰੰਗ ਤੁਹਾਨੂੰ ਵਿਖਾ ਰਹੇ ਸੀ। ਨਾਲ ਤੁਹਾਨੂੰ ਇਹ ਵੀ ਦੱਸ ਕਿ ਸਰਵੇ ਦੇ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਯੋਗ ਕਰਨ ਵਾਲੇ ਦੀ ਗਿਣਤੀ ਦੇ ਵਿੱਚ 35% ਦਾ ਇਜ਼ਾਫਾ ਹੋਇਆ ਤੇ ਉਮੀਦ ਕੀਤੀ ਜਾ ਰਹੀ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗੀ। ਜੀ ਬਿਲਕੁਲ, ਤੁਹਾਨੂੰ ਹਰਿਆਣਾ ਦਾ ਯੋਗ ਦਿਖਾਇਆ, ਪੰਜਾਬ ਦਾ ਦਿਖਾਇਆ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਠੰਡੇ ਇਲਾਕੇ ਦੇ ਵਿੱਚ। ਜੀ ਹਾਂ, ਹਿਮਾਚਲ ਪ੍ਰਦੇਸ਼ ਦੀ ਗੱਲ ਹੋਏਗੀ।
ਧਰਮਸ਼ਾਲਾ ਵਿੱਚ ਜਿੱਥੇ HPCA ਸਟੇਡੀਅਮ 'ਚ BCCI ਦੇ ਮੁਖੀ ਅਨੁਰਾਗ ਠਾਕੁਰ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਯੋਗ ਪ੍ਰੋਗਰਾਮ 'ਚ ਹਿੱਸਾ ਲਿਆ। योग दिवस के मौके BCCI मुखी अनुराग ठाकुर हिमाचल के धर्मशाला च मौजूद रहे, जिथे उन्होंने सूबे के एकमात्र इंटरनेशनल क्रिकेट स्टेडियम च योग किया। उन्होंने नाल क्रिकेटर हरभजन सिंह ने भी योगासन किया। इस मौके ते अनुराग ठाकुर ने लोगों को कहा कि योग नूं अपनी दिनचर्या च शामिल किया जाए। जहाँ तक हिमाचल प्रदेश क्रिकेट संघ की बात है, हर कैंप में योगा की क्लासेस लगेंगी। हमारे हिमाचल के खिलाड़ी ज़्यादा से ज़्यादा योग करें, ऐसा हमारा प्रयास रहेगा। और भारतीय क्रिकेट कंट्रोल बोर्ड जूनियर टीम से लेकर सीनियर टीम्स के लिए भी योगा की क्लासेस की शुरुआत करेगा, ताकि हमारे उभरते हुए खिलाड़ी और हमारे जो इंडियन टीम के खिलाड़ी हैं वो भी योगा को सीखें, योगा करें और ज़्यादा स्वस्थ रहें। उत्थे इस मौके हरभजन सिंह ने भी योगासन किए। उन्होंने खुद नाल वादा किया कि योग नूं अपनी जिंदगी का हिस्सा बनाएंगे। प्रॉमिस आपको भी करता हूँ और अपने आप को भी करता हूँ कि मैं ये जो एक्सरसाइज है ये मैं डेली रूटीन में करूँगा और आई एम श्योर कि दिस विल हेल्प मी टू बिकम इवन बेटर क्रिकेटर, मोर देन ए क्रिकेटर, अ स्वस्थ ह्यूमन बीइंग। धर्मशाला च योग प्रोग्राम की शुरुआत सवेरे 7 बजे हुई, लेकिन मींह ने खलल पाया तो आयोजन इंडोर स्टेडियम च करना पिया। धर्मशाला तो S गोपालपुरी, जी मीडिया। ਤਾਂ ਹਿਮਾਚਲ ਦੇ ਵਿੱਚ ਵੀ ਯੋਗ ਦਿਹਾੜੇ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਤਾਂ ਬਿਲਕੁਲ ਕੌਮਾਂਤਰੀ ਯੋਗ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਸਨ ਤਾਂ ਉਹਨਾਂ ਦੇ ਮੋਦੀ ਸਰਕਾਰ ਦੇ ਵੱਖ-ਵੱਖ ਮੰਤਰੀ ਵੱਖ-ਵੱਖ ਸ਼ਹਿਰਾਂ 'ਚ ਪਹੁੰਚੇ ਯੋਗ ਦਿਹਾੜੇ ਦੇ ਮੌਕੇ ਤੇ। ਜੀ ਹਾਂ, ਕੇਂਦਰ ਸਰਕਾਰ ਦੇ 57 ਮੰਤਰੀਆਂ ਨੇ ਅੱਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਯੋਗ ਕੀਤਾ। ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਯੋਗ ਨੂੰ ਆਦਤ ਬਣਾਉਣ ਦੀ ਸੀਖ ਦਿੱਤੀ ਹੈ। ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਕਾਨਪੁਰ ਦੇ ਵਿੱਚ ਯੋਗ ਕੀਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯੂਪੀ ਦੇ ਲਖਨਊ ਵਿੱਚ ਯੋਗ ਪ੍ਰੋਗਰਾਮ 'ਚ ਹਿੱਸਾ ਲਿਆ। ਨਾਗਪੁਰ 'ਚ ਨਿਤਿਨ ਗਡਕਰੀ ਨੇ ਯੋਗ ਕੀਤਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿੱਚ ਯੋਗ ਕੀਤਾ ਅਤੇ ਯੋਗ ਨੂੰ ਆਦਤ ਬਣਾਉਣ ਦਾ ਸਬਕ ਦਿੱਤਾ। 365 दिन के लिए ही होता है योग। योग हमारी जीवन पद्धति, जीवन शैली है। योग हमारे भीतर रचा बसा। और भारत की बात करें तो हमारे तो खून में योग के संस्कार है। ਰਾਸ਼ਟਰਪਤੀ ਭਵਨ ਵਿੱਚ ਪ੍ਰਣਬ ਮੁਖਰਜੀ ਨੇ ਸਵੇਰੇ 6:30 ਵਜੇ ਦੂਜੇ ਵਿਸ਼ਵ ਯੋਗ ਦਿਹਾੜੇ ਦਾ ਆਗਾਜ਼ ਕੀਤਾ। ਆਯੂਸ਼ ਮੰਤਰਾਲੇ ਨੇ ਯੋਗ ਦੇ ਲਈ 45 ਮਿੰਟ ਦਾ ਪ੍ਰੋਟੋਕਾਲ ਪ੍ਰੋਗਰਾਮ ਬਣਾਇਆ ਸੀ। ਵਿਸ਼ਵ ਯੋਗ ਦਿਹਾੜੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ 2 ਮਿੰਟ ਓਮ ਦਾ ਉਚਾਰਨ ਹੋਇਆ। ਦੇਸ਼ ਭਰ ਵਿੱਚ 1 ਲੱਖ ਤੋਂ ਜ਼ਿਆਦਾ ਥਾਵਾਂ ਉੱਤੇ ਯੋਗ ਪ੍ਰੋਗਰਾਮ ਹੋਏ। ਦੇਸ਼ ਵਿੱਚ 391 ਯੂਨੀਵਰਸਿਟੀਆਂ, 16,000 ਕਾਲਜ ਅਤੇ 12,000 ਸਕੂਲਾਂ ਵਿੱਚ ਯੋਗ ਕੀਤਾ ਗਿਆ। ਬਿਊਰੋ ਰਿਪੋਰਟ, ਜੀ ਮੀਡੀਆ। ਤਾਂ ਕੌਮਾਂਤਰੀ ਯੋਗ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਯੋਗ ਦਿਹਾੜੇ ਮੌਕੇ ਵੱਖ-ਵੱਖ ਆਯੋਜਨ ਕੀਤੇ ਗਏ। ਜੀ ਬਿਲਕੁਲ, ਦੇਸ਼ ਦੀ ਗੱਲ ਹੋ ਗਈ। ਹਿੰਦੁਸਤਾਨ ਦੇ ਵਿੱਚ ਥਾਂ-ਥਾਂ ਉੱਤੇ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਯੋਗ ਦਿਹਾੜਾ ਮਨਾਇਆ। ਹੁਣ ਤੁਹਾਨੂੰ ਕੌਮਾਂਤਰੀ ਪੱਧਰ ਉੱਤੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਨਾਲ ਯੋਗ ਦਿਹਾੜਾ ਮਨਾਇਆ ਗਿਆ। ਜਿਵੇਂ ਕੌਮਾਂਤਰੀ ਪੱਧਰ ਉੱਤੇ ਦੇ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਯੋਗ ਦਿਹਾੜੇ ਦੀ ਰੌਣਕ ਵੇਖਣ ਨੂੰ ਮਿਲੀ। ਭਾਰਤ ਦੇ ਨਾਲ-ਨਾਲ ਅੱਜ ਪੂਰੀ ਦੁਨੀਆ ਵਿੱਚ ਜ਼ੋਰ ਸ਼ੋਰ ਦੇ ਨਾਲ ਯੋਗ ਦਿਹਾੜਾ ਮਨਾਇਆ ਗਿਆ। ਅਮਰੀਕਾ ਦੇ ਟਾਈਮਜ਼ ਸਕੁਆਇਰ ਵਿੱਚ ਸੈਂਕੜੇ ਲੋਕ ਜਮ੍ਹਾਂ ਹੋਏ, ਉਹਨਾਂ ਨੇ ਯੋਗ ਕੀਤਾ। ਆਸਟ੍ਰੇਲੀਆ ਵਿੱਚ ਓਪੇਰਾ ਹਾਊਸ ਦੇ ਨੇੜੇ ਸਿਡਨੀ ਹਾਰਬਰ ਬ੍ਰਿਜ ਉੱਤੇ ਵੱਖਰੇ ਤਰੀਕੇ ਨਾਲ ਯੋਗ ਦਿਹਾੜਾ ਮਨਾਇਆ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਵੀ ਸਵੇਰੇ ਲੋਕਾਂ ਨੇ ਯੋਗ ਕੀਤਾ। ਪੈਰਿਸ ਵਿੱਚ ਵੀ ਕਈ ਥਾਵਾਂ ਉੱਤੇ ਯੋਗ ਦਿਹਾੜੇ ਉੱਤੇ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ। ਇਸ ਤੋਂ ਇਲਾਵਾ ਲੰਡਨ ਵਿੱਚ ਯੂਕੇ ਦੀ ਸਭ ਤੋਂ ਉੱਚੀ ਇਮਾਰਤ ਦ ਸ਼ਰਡ ਦੀ 73ਵੀਂ ਮੰਜ਼ਿਲ ਤੇ ਯੋਗ ਕੀਤਾ ਗਿਆ। ਅਮਰੀਕਾ 'ਚ ਇੱਕ ਹਫ਼ਤੇ ਤੱਕ ਕਈ ਥਾਵਾਂ ਤੇ ਯੋਗ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ। ਆਸਟ੍ਰੇਲੀਆ 'ਚ ਪਹਿਲੀ ਵਾਰ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ MP ਭਵਨ ਵਿੱਚ ਯੋਗ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ। ਸਾਊਥ ਅਫਰੀਕਾ ਦੇ ਜੋਹੈਨਸਬਰਗ ਵਿੱਚ ਭਾਰਤੀ ਕੌਂਸੂਲੇਟ ਨੇ ਅਸ਼ਵੀਤ ਸਕੂਲੀ ਬੱਚਿਆਂ ਦੇ ਨਾਲ ਯੋਗ ਕੀਤਾ। ਬਿਊਰੋ ਰਿਪੋਰਟ, ਜੀ ਮੀਡੀਆ। ਤਾਂ ਯੋਗ ਦਿਹਾੜਾ ਦੇਸ਼ ਹੀ ਨਹੀਂ ਬਲਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਮਨਾਇਆ ਗਿਆ। ਤੁਹਾਨੂੰ ਦੱਸ ਦਈਏ ਕਿ UN ਦੇ ਵਿੱਚ ਜਦੋਂ ਹਿੰਦੁਸਤਾਨ ਦੇ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਕਿ ਕੌਮਾਂਤਰੀ ਯੋਗ ਦਿਹਾੜਾ 21 ਜੂਨ ਨੂੰ ਹੋਵੇ ਤਾਂ 171 ਦੇਸ਼ਾਂ ਦਾ ਸਮਰਥਨ ਹਿੰਦੁਸਤਾਨ ਨੂੰ ਮਿਲਿਆ ਸੀ ਤੇ ਕੌਮਾਂਤਰੀ ਯੋਗ ਦਿਹਾੜੇ ਦਾ UN ਦੇ ਵੱਲੋਂ ਐਲਾਨ ਕੀਤਾ ਗਿਆ ਕਿ 21 ਜੂਨ ਨੂੰ ਮਨਾਇਆ ਜਾਏਗਾ। ਇਸ ਵਾਰ ਦੂਜੀ ਵਾਰੀ ਇਹ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਗਿਆ। ਬਿਲਕੁਲ, ਕੌਮਾਂਤਰੀ ਯੋਗ ਦਿਹਾੜੇ ਦਾ ਉਤਸ਼ਾਹ ਵੇਖਣ ਨੂੰ ਮਿਲਿਆ। ਉੱਥੇ ਕੁਝ ਵਿਰੋਧੀ ਤਸਵੀਰਾਂ ਵੀ ਸਾਹਮਣੇ ਆਈਆਂ। ਇਹ ਵਿਰੋਧੀ ਤਸਵੀਰਾਂ ਸਾਹਮਣੇ ਆਈਆਂ ਫਤਿਹਗੜ੍ਹ ਸਾਹਿਬ ਤੋਂ। ਜੀ ਹਾਂ, ਫਤਿਹਗੜ੍ਹ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਯੋਗ ਦੇ
ਵਿਰੋਧ ਵਿੱਚ ਗੱਤਕਾ ਖੇਡਿਆ ਗਿਆ। ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਵੀ ਯੋਗ ਦਿਹਾੜੇ ਨੂੰ ਗੱਤਕਾ ਦਿਵਸ ਦੇ ਤੌਰ ਤੇ ਮਨਾਉਣਗੇ। ਖਾਲਸਾਈ ਰਵਾਇਤ ਦਾ ਹਿੱਸਾ ਗੱਤਕਾ, ਜਿਸ ਦੇ ਜ਼ਰੀਏ ਹਿੰਮਤ ਅਤੇ ਹੌਸਲੇ ਦੀ ਮਿਸਾਲ ਕਾਇਮ ਕੀਤੀ ਜਾਂਦੀ ਹੈ। ਫਤਿਹਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਗੱਤਕਾ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਇੱਕ ਪਾਸੇ ਇੰਟਰਨੈਸ਼ਨਲ ਯੋਗਾ ਡੇ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਸੀ, ਤਾਂ ਉੱਥੇ ਦੂਜੇ ਪਾਸੇ ਖੁਦ ਨੂੰ ਇਸ ਤੋਂ ਵੱਖ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੱਤਕਾ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਗੱਤਕਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 45 ਟੀਮਾਂ ਨੇ ਹਿੱਸਾ ਲਿਆ। ਸਾਡੇ ਵਿੱਚ ਸਿਆਸੀ ਤਾਕਤ ਗੁਰੂ ਸਾਹਿਬ ਨੇ ਦਿੱਤੀ ਹੈ, ਉਸ ਯੋਗਾ ਦਿਵਸ ਦੇ ਖਿਲਾਫ ਤੇ ਉਹਦੇ ਬਰਾਬਰ ਅੱਜ ਅਸੀਂ ਸਿੱਖਾਂ ਨੇ ਆਪਣਾ ਗੱਤਕਾ ਦਿਵਸ ਰੱਖਿਆ। ਗੱਤਕਾ ਦਿਵਸ ਤਾਂ ਰੱਖਿਆ ਕਿਉਂ ਕਰਕੇ ਇਹ ਸਿੱਖਾਂ ਦੀ ਪਰੰਪਰਾ ਹੈ। ਗੱਤਕਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਵੀ ਇਸ ਮੌਕੇ ਉੱਤੇ ਬੇहद ਉਤਸ਼ਾਹਿਤ ਨਜ਼ਰ ਆਈਆਂ। ਗੱਤਕਾ ਕਿਸ ਤਰ੍ਹਾਂ ਸਰੀਰ ਨੂੰ ਮਜ਼ਬੂਤ ਬਣਾ ਸਕਦਾ ਹੈ, ਇਸ ਦਾ ਅੰਦਾਜ਼ਾ ਛੋਟੇ-ਛੋਟੇ ਬੱਚਿਆਂ ਨੂੰ ਗੱਤਕਾ ਖੇਡਦੇ ਹੋਏ ਦੇਖ ਕੇ ਲਗਾਇਆ ਜਾ ਸਕਦਾ ਹੈ। ਅੱਜ 21 ਤਰੀਕ ਜੂਨ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਯੋਗਾ ਦਿਵਸ ਮਨਾਇਆ ਜਾਂਦਾ ਹੈ ਕਿ ਭਾਵ ਸਾਰੀ ਦੁਨੀਆ ਨੂੰ ਰੋਗ ਮੁਕਤ ਕਰਨਾ, ਪਰ ਗੁਰੂ ਦਾ ਖਾਲਸਾ ਹਮੇਸ਼ਾ ਨਿਰੋਗ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਹੈ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਰੋਗੀ। ਵੀ ਜਿਹੜੇ ਬੰਦਾ ਰੋਗੀ ਹੁੰਦਾ ਉਹਨੂੰ ਸਾਰੇ ਰੋਗੀ ਲੱਗਦੇ ਨੇ, ਪਰ ਜਿਹੜਾ ਹਮੇਸ਼ਾ ਨਿਰੋਗ ਹੁੰਦਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਰਹਿੰਦਾ ਹੈ। ਇਹ ਤਾਂ ਆਪਣੇ ਸੀਸ ਤਲੀ ਤੇ ਰੱਖ ਕੇ ਬੰਦ ਕਟਵਾ ਕੇ ਵੀ ਇਹ ਚੜ੍ਹਦੀ ਕਲਾ 'ਚ ਹੀ ਰਹਿੰਦਾ ਹੈ। ਯੋਗਾ ਤੇ ਗੱਤਕੇ ਦੇ ਵਿੱਚ ਇਹ ਫਰਕ ਹੈ, ਯੋਗਾ ਹਰ ਕੋਈ ਬੰਦਾ ਕਰ ਸਕਦਾ ਹੈ, ਪਰ ਜਿਹੜੀ ਸ਼ਸਤਰ ਵਿੱਦਿਆ ਹੈ ਇਹ ਸਾਡੇ ਗੁਰੂ ਦੀ ਦਾਤ ਹੈ, ਸਾਡੇ ਗੁਰੂ ਦਾ ਵਿਰਸਾ ਆ, ਸਾਡੇ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਣਾ ਹੈ। ਇਸ ਮੌਕੇ ਉੱਤੇ ਹਰ ਸਾਲ 21 ਜੂਨ ਨੂੰ ਗੱਤਕਾ ਦਿਹਾੜਾ ਹੋਰ ਵੱਡੇ ਪੱਧਰ ਉੱਤੇ ਮਨਾਉਣ ਦਾ ਐਲਾਨ ਵੀ ਕੀਤਾ ਗਿਆ। ਹਰਪ੍ਰੀਤ ਸਿੰਘ, ਜ਼ੀ ਮੀਡੀਆ, ਫਤਿਹਗੜ੍ਹ ਸਾਹਿਬ। ਤਾਂ ਬਿਲਕੁਲ ਵਿਰੋਧ ਕੁਝ ਇਸ ਤਰੀਕੇ ਨਾਲ ਦਰਜ ਕਰਵਾਇਆ ਗਿਆ। ਇੱਕ ਪਾਸੇ ਯੋਗ ਦਿਵਸ ਮਨਾਇਆ ਜਾ ਰਿਹਾ ਸੀ, ਦੂਜੇ ਪਾਸੇ ਗੱਤਕਾ ਦਿਵਸ ਤੇ ਕਿਹਾ ਗਿਆ ਕਿ ਹੁਣ ਹਰ ਸਾਲ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾਵੇਗਾ, ਉਹ ਵੀ ਵੱਡੇ ਪੱਧਰ ਤੇ। ਜੀ ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਮਤਲਬ ਯੋਗ ਦਿਹਾੜੇ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਮੁਖੀ ਨੇ ਸਿਮਰਨਜੀਤ ਸਿੰਘ ਮਾਨ, ਉਹਨਾਂ ਵੱਲੋਂ ਵੀ, ਤੇ ਜੋ ਸਰਬੱਤ ਖਾਲਸਾ ਦੇ ਜਥੇਦਾਰ ਥਾਪੇ ਗਏ ਨੇ ਧਿਆਨ ਸਿੰਘ ਮਾਨ, ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਗੱਤਕਾ ਦਿਹਾੜੇ ਦੇ ਤੌਰ ਉੱਤੇ ਇਸ ਦਿਨ ਨੂੰ ਮਨਾਇਆ ਜਾਵੇ।